ਸਾਥੀਓ, ਤਬੀਅਤ ਇੱਕ ਹਫ਼ਤੇ ਤੋਂ ਬੜੀ ਨਾਸਾਜੀ ਹੈ, ਢਿੱਲੀ ਹੈ, ਜਿਹਦੇ ਕਰਕੇ ਮੈਂ ਆਪਣੀ ਗੱਲ ਰੱਖ ਨਹੀਂ ਸਕਿਆ ਅਜਨਾਲੇ ਮਸਲੇ ਦੇ ਉੱਤੇ। ਅੱਜ ਜਿਹੜੀ ਮੈਂ ਆਪਣੀ ਗੱਲ ਰੱਖਣ ਲੱਗਾ ਉਸ ਮਸਲੇ ਦੇ ਉੱਤੇ, ਔਰ ਉਹਦੀ ਸ਼ੁਰੂਆਤ ਜਿਹੜੀ ਹੈ ਉਹ ਮੈਂ ਹਰਦਿਆਲ ਸਾਗਰ ਜੀ ਦੀਆਂ ਪੰਕਤੀਆਂ ਨੇ ਜਿਹਦੇ ਤੋਂ ਸ਼ੁਰੂ ਕਰਨ ਲੱਗਾ। ਕਿੰਨੇ ਮਸਲੇ ਉਲਝਦੇ ਜਿਉਂ-ਜਿਉਂ ਉਹ ਤਿਉਂ-ਤਿਉਂ ਮੁਸਕਰਾਉਂਦੀ ਹੈ। ਸਿਆਸਤ ਮਸਲਿਆਂ ਦੇ ਸਿਰ ਤੇ ਹੀ ਸੱਤਾ ਚਾਹੁੰਦੀ ਹੈ। ਤਮਾਕੂ ਲੋਕਤੰਤਰ ਹੈ ਤੇ ਸੰਸਦ ਹੈ ਚਿਲਮ ਵਰਗੀ, ਵਤਨ ਹੈ ਸੁਲਗ ਦਾ ਹੁੱਕਾ ਤੇ ਸਿਆਸਤ ਗੁੜਗੜਾਉਂਦੀ ਹੈ। ਇੱਕ ਨਿੱਜੀ ਮਸਲਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਵਿਵਾਦਤ ਟਿੱਪਣੀਆਂ ਨੂੰ ਲੈ ਕੇ, ਜਿਹਦੇ ਕਰਕੇ ਸਾਰਾ ਇਹ ਘਟਨਾਕ੍ਰਮ ਵਾਪਰਿਆ। ਔਰ ਪਹਿਲਾਂ ਤਾਂ ਮੈਂ ਆਪਣੀ ਗੱਲ 'ਚ ਇਹ ਕਹਿਣ ਲੱਗਾ ਕਿ ਜੇ ਪਰਚਾ ਗਲਤ ਸੀਗਾ ਤੇ ਫਿਰ ਪੁਲਿਸ ਨੂੰ ਬਿਨਾਂ ਇਨਵੈਸਟੀਗੇਸ਼ਨ ਤੋਂ ਦੇਣ ਦੀ ਕੀ ਲੋੜ ਸੀਗੀ, ਤੇ ਜੇ ਫਿਰ ਠੀਕ ਸੀਗਾ ਤੇ ਫਿਰ ਐਡੀ ਛੇਤੀ ਝੁਕਣ ਤੇ ਐਡੀ ਛੇਤੀ ਡਰਨ ਦੀ ਕੀ ਲੋੜ ਪੈ ਗਈ ਸੀ ਵੀ ਆਪਾਂ ਪਰਚਾ ਰੱਦ ਕਰਨ ਵਾਲੇ ਪਾਸੇ ਵੀ ਤੁਰ ਪਏ। ਔਰ ਸਿਰਫ ਇੱਕ ਸੋਸ਼ਲ ਮੀਡੀਆ ਦੀ ਲੜਾਈ ਕਿੱਥੋਂ ਦੀ ਕਿੱਥੇ ਪਹੁੰਚ ਗਈ ਔਰ ਸਾਰੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਕੇ ਰੱਖ ਦਿੱਤਾ ਗਿਆ। ਔਰ ਜਿੰਨੇ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ, ਮੈਂ ਕੱਲੇ ਦੀ ਗੱਲ ਰੱਖੂੰਗਾ। ਸਭ ਤੋਂ ਪਹਿਲਾਂ ਜਿਹੜਾ ਅੱਗ ਦੇ ਵਿੱਚ ਜਿਹੜਾ ਘਿਓ ਪਾਇਆ ਉਹ ਸਾਰ ਰਵਨੀਤ ਸਿੰਘ ਬਿੱਟੂ ਨੇ ਪਾਇਆ। ਜਦੋਂ ਪਰਚਾ ਹੋ ਜਾਂਦਾ ਅੰਮ੍ਰਿਤਪਾਲ ਦੇ ਉੱਤੇ ਤੇ ਬਿੱਟੂ ਵੱਲੋਂ ਉਕਸਾਇਆ ਜਾਂਦਾ ਕਿ ਛੋਟੇ ਜਿਹੇ ਪਰਚੇ ਤੋਂ ਛੋਟਾ ਜਿਹਾ ਬੱਚਾ ਡਰ ਗਿਆ, ਜਿਹਦੇ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਹੁੰਦਾ। ਔਰ ਸਭ ਕੁਝ ਹੋਣ ਤੋਂ ਬਾਵਜੂਦ ਵੀ, ਸਭ ਕੁਝ ਹੋਣ ਦੇ ਬਾਅਦ ਵੀ ਬਿੱਟੂ ਜੀ ਉਹਦੇ ਤੋਂ ਬਾਜ਼ ਨਹੀਂ ਆਏ। ਉਹ ਕੱਲ ਫੇਰ ਆਪਣੀ ਇੱਕ ਵੀਡੀਓ ਦੇ ਵਿੱਚ ਕਹਿ ਰਹੇ ਸੀਗੇ ਕਿ ਤੇਰੇ ਕੋਲ ਜੇ 5-5 ਗੋਲੀਆਂ ਵਾਲੀਆਂ ਰਫਲਾਂ ਤੇ ਆ ਮੇਰੇ ਕੋਲ ਤੇ ਜਿੰਨੀਆਂ ਗੋਲੀਆਂ ਵਾਲੀਆਂ ਰਫਲਾਂ ਤੈਨੂੰ ਪਤਾ ਵੀ ਨਹੀਂ ਲੱਗਣਾ, ਤੇਰੇ ਪੱਲੇ ਹੀ ਕੁਛ ਨਹੀਂ ਹੈਗਾ। ਦੂਜਾ ਉਹ ਉਕਸਾ ਰਹੇ ਸੀਗੇ ਜਿਹੜਾ ਗੁਰਪਤਵੰਤ ਪੰਨੂ ਜਿਹੜਾ ਬਾਹਰ ਬੈਠਾ ਕਿ ਪੰਨੂ ਤੇਰੇ ਪੱਲੇ ਕੁਛ ਨਹੀਂ ਰਹਿ ਗਿਆ, ਹੁਣ ਤੇਰੇ ਨਾਲੋਂ ਵੀ ਵੱਡਾ ਗੁੰਡਾ ਆ ਗਿਆ, ਉਹ ਤੇਰੇ ਨਾਲੋਂ ਅੱਗੇ ਨਿਕਲ ਗਿਆ। ਔਰ ਉਹਦੇ ਨਾਲ ਅੱਗੇ ਕੀ ਕਹਿੰਦੇ ਨੇ ਉਹ ਕਿ ਮੈਂ ਲੁਧਿਆਣੇ ਤੋਂ ਤੁਰ ਪਿਆ ਸੀਗਾ ਜਦੋਂ ਅਜਨਾਲੇ ਦੇ ਵਿੱਚ ਇਹ ਸਾਰੀ ਘਟਨਾ ਹੋ ਰਹੀ ਸੀਗੀ, ਪਰ ਮੈਨੂੰ ਪਤਾ ਲੱਗਾ ਕਿ ਉਹ ਥਾਣੇ ਚੋਂ ਨਿਕਲ ਗਿਆ। ਸਾਰੀ ਦੁਨੀਆ ਨੂੰ ਪਤਾ ਕਿ ਉਹ ਅਗਲੇ ਦਿਨ ਤੱਕ ਅਜਨਾਲੇ ਦੇ ਵਿੱਚ ਰਿਹਾ ਔਰ ਆਪਣਾ ਬੰਦਾ ਛਡਾ ਕੇ ਲੈ ਗਿਆ। ਸੋ ਰਵਨੀਤ ਬਿੱਟੂ ਜੀ, ਫੋਕੇ ਫੈਂਟਰ ਜਿਹੜੇ ਉਹ ਨਾ ਮਾਰਿਆ ਕਰੋ। ਜੇ ਆਉਣਾ ਹੀ ਸੀਗਾ ਤੇ ਆ ਜਾਂਦੇ, ਫਿਰ ਲੁਧਿਆਣੇ ਤੋਂ ਅਜਨਾਲੇ ਆਉਂਦਿਆਂ ਕਿਹੜਾ ਵੀਜ਼ਾ ਲੈਣਾ ਪੈਣਾ ਸੀਗਾ ਵੀ ਜਿਹੜਾ ਤੁਹਾਡੇ ਕੋਲ ਆਇਆ ਨਹੀਂ ਗਿਆ, ਉਸ ਤੋਂ ਬਾਅਦ ਵੀ ਕਿਤੇ ਆ ਜਾਂਦੇ। ਤੁਹਾਡੇ ਕੋਲ 100 ਗਨਮੈਨ ਹੈ ਤੇ ਤੁਸੀਂ ਇਹ ਮੁੱਦਾ ਭੜਕਾਉਂਦੇ ਹੋ 100 ਗਨਮੈਨ ਲੈ ਕੇ। ਤੁਸੀਂ ਆਮ ਜਨਤਾ ਦਾ ਵੀ ਸੋਚਿਆ ਕਰੋ ਨਾ ਕਿ ਲੋਕਾਂ ਦੇ ਹਾਲਾਤ ਕੀ ਹੋ ਜਾਂਦੇ ਨੇ, ਲੋਕਾਂ ਦੇ ਵਿੱਚ ਡਰ ਕਿੰਨਾ ਫੈਲ ਜਾਂਦਾ, ਲੋਕਾਂ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਹੋ ਜਾਂਦਾ। ਔਰ ਦੂਜੀ ਚੀਜ਼ ਮੈਂ ਅੰਮ੍ਰਿਤਪਾਲ ਨੂੰ ਕਹਿਣਾ ਚਾਹੁੰਦਾ ਕਿ ਬਹੁਤ ਛੇਤੀ ਤੇ ਬਿਨਾਂ ਕੁਰਬਾਨੀ ਤੋਂ ਤੇ ਬਿਨਾਂ ਜਾਣੇ ਪਛਾਣੇ ਲੋਕਾਂ ਨੇ ਤੈਨੂੰ ਆਪਣਾ ਲੀਡਰ ਮੰਨ ਲਿਆ ਯਾਰ। ਸੋ ਮਾਨ ਸਨਮਾਨ ਜਿਹੜਾ ਤੈਨੂੰ ਮਿਲਿਆ ਵਾ ਉਹਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ, ਇੱਕ ਵੱਡੇ ਆਗੂ ਵਾਂਗੂ। ਔਰ ਆਪਣੇ ਮਨ ਦੇ ਵਿੱਚੋਂ ਹੰਕਾਰ ਆਪਣੇ ਮਨ ਚੋਂ ਕੱਢ ਕੇ ਚੱਲ ਤੂੰ ਭਰਾਵਾ। ਇਹ ਨਿੱਕੀਆਂ ਗੱਲਾਂ ਦੇ ਉੱਤੇ ਐਡੇ ਵੱਡੇ ਹਾਦਸੇ ਕਰ ਦੇਣੇ। ਸਿੱਖ ਦਾ ਦਿਲ ਜਿਹੜਾ ਉਹ ਵੱਡਾ ਹੋਣਾ ਚਾਹੀਦਾ ਵਾ, ਛੋਟੀਆਂ ਗੱਲਾਂ ਤੋਂ ਉੱਪਰ ਜਿਹੜਾ ਉੱਠ ਕੇ ਉਹ ਚੱਲਣਾ ਚਾਹੀਦਾ ਵਾ। ਇਹ ਮੰਨ ਕੇ ਚੱਲੋ ਕਿ ਸੋਸ਼ਲ ਮੀਡੀਆ ਦੇ ਉੱਤੇ ਵੱਖਰਾ ਕਰਾਊਡ ਚੱਲਦਾ ਵਾ, ਜਿਹਦੇ ਅਨੁਸਾਰ ਨਹੀਂ ਬੋਲੋਗੇ ਉਹ ਤੁਹਾਨੂੰ ਥੱਲੇ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣਗੇ। ਉਹ ਨਹੀਂ ਵੇਖਣਗੇ ਤੁਹਾਡੀ ਮਾਂ ਅੱਗੇ ਵਹਿੰਦੀ, ਉਹ ਨਹੀਂ ਵੇਖਣਗੇ ਤੁਹਾਡੀ ਭੈਣ ਵਹਿੰਦੀ ਹੈ। ਉਹਨਾਂ ਦਾ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਹਨਾਂ ਨੂੰ ਤਾਂ ਇਹ ਲੱਗਦਾ ਵੀ ਜੋ ਬੋਲਣਾ ਸਾਡੇ ਅਨੁਸਾਰ ਹੀ ਬੋਲਿਆ ਜਾਵੇ। ਔਰ ਦੂਜੀ ਚੀਜ਼ ਇਹ ਵੀ ਤੁਹਾਨੂੰ ਮੰਨਣਾ ਪਊਗਾ ਕਿ ਜੇ ਤੁਹਾਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਤੁਸੀਂ ਬਾਰ-ਬਾਰ ਡੈਮੋਕ੍ਰੇਸੀ ਦਾ ਹਵਾਲਾ ਦਿੰਦੇ ਹੋ, ਫਿਰ ਆਪਣੀ ਗੱਲ ਰੱਖਣ ਦਾ ਸਾਰਿਆਂ ਨੂੰ ਅਧਿਕਾਰ ਹੈ, ਪਰ ਸੱਭਿਅਕ ਤੌਰ ਦੇ ਉੱਤੇ ਕਿ ਚੰਗੀ ਭਾਸ਼ਾ ਦੇ ਵਿੱਚ। ਦੂਜੀ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਅੰਮ੍ਰਿਤਪਾਲ ਕਿ ਮੈਂ ਤੇਰੇ ਜਿੱਡਾ ਲੀਡਰ ਤਾਂ ਨਹੀਂ ਮੰਨਦਾ ਭਰਾਵਾ ਆਪਣੇ ਆਪ ਨੂੰ। ਪਰਚੇ ਮੇਰੇ ਤੇ ਵੀ ਹੋਏ 7-8, ਕੁਝ ਝੂਠੇ ਵੀ ਹੋਣਗੇ, ਕੁਝ ਸੱਚੇ ਵੀ ਹੋਣਗੇ, ਪਰ ਮੈਂ ਆਪਣੇ ਨਿੱਜੀ ਫਾਇਦੇ ਲਈ ਨਾ ਤੇ ਕਦੀ ਲੋਕਾਂ ਨੂੰ ਵਰਤਿਆ ਤੇ ਨਾ ਕਦੀ ਧਰਮ ਦਾ ਸਹਾਰਾ ਲਿਆ। ਹਾਂ, ਮੈਂ ਮੰਦਿਰ ਵੀ ਗਿਆ ਪਰਚਿਆਂ ਲਈ, ਮੈਂ ਗੁਰਦੁਆਰੇ ਵੀ ਗਿਆ, ਮੈਂ ਮਸੀਤ ਤੇ ਵੀ ਜਾਂਦਾ ਰਿਹਾ, ਔਰ ਬਹੁਤ ਦੂਰ ਤੱਕ ਮੈਂ ਹਵਨ ਵੀ ਕਰਾ ਕੇ ਆਉਂਦਾ ਰਿਹਾ ਵਾਂ। ਆਪ ਚੱਲ ਕੇ ਗਿਆ ਗੁਰੂ ਮਹਾਰਾਜ ਦੇ ਦਰ ਦੇ ਉੱਤੇ, ਨਾ ਕਿ ਰੱਬ ਨੂੰ ਨਾਲ ਚੁੱਕ ਕੇ ਤੁਰਿਆ ਫਿਰਦਾ ਰਿਹਾ। ਫਿਰ ਰੱਬ ਨੇ ਮੈਨੂੰ ਕੱਢਿਆ ਵੀ ਉਹਨਾਂ ਪਰਚਿਆਂ ਦੇ ਵਿੱਚੋਂ, ਉਹਨਾਂ ਮੁਸੀਬਤਾਂ ਦੇ ਵਿੱਚੋਂ। ਦੂਜੀ ਚੀਜ਼, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਪਰਚਾ ਸਾਡੇ ਉੱਤੇ ਗਲਤ ਹੋਇਆ, ਔਰ ਦੂਜੇ ਪਾਸੇ ਤੁਹਾਡੇ 'ਚ ਹੰਕਾਰ ਕਿੰਨਾ ਬੋਲਦਾ, ਜਿਹਦੇ 'ਚ ਤੁਸੀਂ ਆਪ ਹੀ ਮੰਨ ਰਹੇ ਹੋ। ਤੁਸੀਂ ਦੂਜੇ ਪਾਸੇ ਇਹ ਕਹਿ ਰਹੇ ਹੋ ਕਿ ਜਿਹੜਾ ਸਾਡੇ ਖਿਲਾਫ ਬੋਲੂਗਾ ਅਸੀਂ ਉਹਨੂੰ ਛੱਡਣਾ ਨਹੀਂ। ਫਿਰ ਇਹਨੂੰ ਕਿਵੇਂ ਛੱਡ ਦਿੱਤਾ? ਫਿਰ ਇਹ ਪਰਚਾ ਤੇ ਕੋਈ ਸੱਚਾ ਹੀ ਹੋਇਆ ਹੋਊਗਾ ਨਾ। ਚਲੋ ਇਹ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਆ ਜਾਊਗਾ, ਪਤਾ ਨਹੀਂ ਪੁਲਿਸ ਦਬਾਅ 'ਚ ਕੈਂਸਲ ਕਰਦੀ ਆ ਜਾਂ ਕੀ ਕਰਦੀ ਆ। ਦੂਜੀ ਗੱਲ, ਤੁਸੀਂ ਕੌਮ ਦੇ ਆਗੂ ਬਣੇ ਸੀਗੇ, 30 ਸਾਲ ਤੋਂ ਜਿਹੜੇ ਬੰਦੀ ਸਿੰਘ ਬੰਦ ਆ ਉਹਨਾਂ ਦੀ ਰਿਹਾਈ ਜ਼ਿਆਦਾ ਜ਼ਰੂਰੀ ਸੀ ਮਾਰਚ ਕੱਢ ਕੇ, ਕਿ ਜਿਹੜਾ ਬੰਦਾ 3 ਦਿਨ ਤੋਂ ਮਹਿਜ 3 ਦਿਨ ਤੋਂ ਜੇਲ੍ਹ ਦੇ ਵਿੱਚ ਬੰਦ ਸੀਗਾ ਉਹਦੀ ਰਿਹਾਈ ਜਿਹੜੀ ਜ਼ਿਆਦਾ ਜ਼ਰੂਰੀ ਸੀ। ਤੁਸੀਂ ਜੇ ਸੱਚ 'ਚ ਕੌਮ ਦੇ ਆਗੂ ਹੋ ਤੇ ਫਿਰ ਬਹੁਤ ਸਾਰੇ ਮੁੱਦੇ ਨੇ ਕੌਮ ਕੋਲ। ਬੇਅਦਬੀ 328 ਸਰੂਪ, ਪਾਣੀਆਂ ਦਾ ਮੁੱਦਾ, ਚੰਡੀਗੜ੍ਹ ਦਾ ਮੁੱਦਾ, SGPC ਨੂੰ ਰਿਹਾ ਕਰਾਉਣ ਦਾ ਮੁੱਦਾ, ਬਾਣੀ ਨੂੰ ਰਿਹਾ ਕਰਾਉਣ ਦਾ ਮੁੱਦਾ,
ਇਹਨਾਂ ਸਭ ਲਈ ਤੁਸੀਂ ਲੜਦੇ ਤੇ ਕੌਮ ਤੁਹਾਨੂੰ ਜਿਹੜਾ ਉਹ ਪ੍ਰਵਾਨਿਤ ਲੀਡਰ ਵੀ ਗਿਣਦੀ। ਆਪਣੇ ਨਿੱਜੀ ਮਫਾਦਾਂ ਲਈ ਤੇ ਲੜਨਾ ਹੀ ਨਹੀਂ ਚਾਹੀਦਾ। ਫਿਰ ਆਪਾਂ ਸਾਰੇ ਸਿੱਖਾਂ ਨੂੰ, ਮੈਂ ਕੱਲੀ ਕੱਲੀ ਗੱਲ ਤੇਰੇ ਨਾਲ ਵੀ ਕਰਨ ਲੱਗਾ ਭਰਾਵਾ, ਫਿਰ ਆਪਾਂ ਸਾਰੇ ਸਿੱਖਾਂ ਨੂੰ ਕਿਹਾ ਕਿ ਆਪਣੇ ਕੋਲ ਹਥਿਆਰ ਰੱਖੋ। ਲੋਕਾਂ ਨੇ ਤੇਰੇ ਕਹਿਣ ਤੋਂ ਬਾਅਦ ਆਪ ਪੰਜਾਬ ਦੇ ਵਿੱਚ ਹਥਿਆਰ ਰੱਖਣੇ ਸ਼ੁਰੂ ਕੀਤੇ। ਸੋਸ਼ਲ ਸਾਈਟਸ ਦੇ ਉੱਤੇ ਲੋਕਾਂ ਨੇ ਫੋਟੋਆਂ ਪਾਈਆਂ। ਤੇਰੇ ਹਥਿਆਰ ਰੱਖਣ ਤੇ ਲਹਿਰਾਉਣ ਕਰਕੇ ਸਰਕਾਰ ਨੇ ਇੱਕ ਨਵਾਂ ਕਾਨੂੰਨ ਬਣਾ ਦਿੱਤਾ ਵੀ ਹਥਿਆਰ ਲਹਿਰਾਉਣ ਦੇ ਉੱਤੇ ਪਰਚਾ ਦਿੱਤਾ ਜਾਊਗਾ। ਔਰ ਉਸ ਨਵੇਂ ਕਾਨੂੰਨ ਦੇ ਤਹਿਤ 300-400 ਬੰਦੇ ਦੇ ਉੱਤੇ ਪਰਚਾ ਦਰਜ ਕੀਤਾ ਗਿਆ, ਜਿਸ 'ਚ ਬੱਚੇ ਵੀ ਨਹੀਂ ਬਖਸ਼ੇ ਤੇ ਜਨਾਨੀਆਂ ਵੀ ਨਹੀਂ ਬਖਸ਼ੀਆਂ। ਉਹਨਾਂ ਦੇ ਪਰਚੇ ਰੱਦ ਕਰਾਉਣ ਲਈ ਜਿਹੜੇ ਤੇਰੇ ਕਰਕੇ ਹੋਏ ਸੀਗੇ, ਆਪਾਂ ਉਹਨਾਂ ਲਈ ਤੇ ਕੋਈ ਰੋਸ ਮੁਜ਼ਾਹਰਾ ਨਹੀਂ ਕੀਤਾ। ਉਹ ਜਿਹੜੇ ਤੇਰੇ ਮਗਰ ਲੱਗ ਕੇ ਅੱਜ ਪਰਚਿਆਂ ਚੁਲਝੇ ਫਿਰਦੇ ਨੇ। ਉਹ ਤੋਂ ਅੱਗੇ ਆ ਜਾਓ ਸੰਦੀਪ ਸੰਨੀ, ਜਿਨੇ ਤੇਰੇ ਭਾਸ਼ਣਾਂ ਤੋਂ ਪ੍ਰੇਰਿਤ ਹੋ ਕੇ, ਜਿਸ 'ਚ ਕਹਿੰਦਾ ਸੀ ਸੋਧ ਦਿਓ, ਫੜ ਲਓ, ਵੇਖਣਾ ਨਹੀਂ, ਉੱਥੇ ਵੇਟ ਥੋੜੀ ਕਰਨੀ ਆ, ਉਹਨੇ ਨੇ ਸੂਰੀ ਨੂੰ ਮਾਰਿਆ। ਉਸ ਸੰਦੀਪ ਸੰਨੀ ਦੀ ਵੀ ਉਸ ਦੌਰਾਨ ਆਪਣੀ ਦੁਕਾਨ ਸਾੜੀ ਗਈ ਔਰ ਬੜੀ ਦੁਨੀਆ ਨੇ ਡਿਮਾਂਡ ਕੀਤੀ ਕਿ ਜੇ ਉਹਨੇ ਮਾਰਿਆ ਤਾਂ ਉਹਦੇ ਉੱਤੇ ਪਰਚਾ ਹੋ ਗਿਆ। ਜਿਨ੍ਹਾਂ ਲੋਕਾਂ ਨੇ ਦੀ ਦੁਕਾਨ ਸਾੜੀ ਆ ਉਹਨਾਂ ਦੇ ਉੱਤੇ ਵੀ ਪਰਚਾ ਹੋਣਾ ਚਾਹੀਦਾ ਵਾ। ਤੇ ਆਪਾਂ ਤੇ ਸੰਦੀਪ ਸੰਨੀ ਲਈ ਵੀ ਕੋਈ ਧਰਨਾ ਨਹੀਂ ਦਿੱਤਾ ਤੇ ਕੋਈ ਉਪਰਾਲਾ ਨਹੀਂ ਕੀਤਾ ਤੇ ਕੋਈ ਆਵਾਜ਼ ਨਹੀਂ ਚੁੱਕੀ ਤੇ ਕੋਈ ਬਾਤ ਨਹੀਂ ਪੁੱਛੀ। ਆਪਾਂ ਗੱਲ ਗੱਲ ਤੇ ਖਾਲਿਸਤਾਨ ਕਰਦੇ ਰਹਿੰਦੇ, ਖਾਲਿਸਤਾਨ ਚਾਹੀਦਾ, ਖਾਲਿਸਤਾਨ ਚਾਹੀਦਾ, ਵੱਖਰੀ ਹਕੂਮਤ ਚਾਹੀਦੀ ਆ। ਮੈਂ ਪੁੱਛਣਾ ਚਾਹੁੰਦਾ ਭਰਾਵਾ, ਤੈਨੂੰ ਖਾਲਿਸਤਾਨ ਬਣਾਉਣਾ ਕਿੱਥੇ ਆ? ਖਾਲਿਸਤਾਨ ਹੋਣਾ ਕਿੱਡਾ ਕੁ ਹੈ ਕਿ 2 ਘੰਟੇ ਐਨੂੰ ਤੁਰ ਪੋ, 2 ਘੰਟੇ ਉਹਨੂੰ ਤੁਰ ਪੋ ਉੱਧਰੋਂ ਤੇ ਖਾਲਿਸਤਾਨ ਤੁਹਾਡਾ ਖਤਮ। ਐਡਾ ਕੁ ਖਾਲਿਸਤਾਨ ਹੋਊਗਾ ਸਾਡਾ, ਆਹ ਖਾਲਿਸਤਾਨ ਹੋਊਗਾ ਸਾਡਾ, ਇੰਨੀ ਕੁ ਮਤਲਬ ਉਹਦਾ ਜਿਹੜਾ ਏਰੀਆ ਹੋਊਗਾ। ਅੰਮ੍ਰਿਤ ਸੰਚਾਰ ਤੁਸੀਂ ਕਰਾਉਂਦੇ ਹੋ ਵਧੀਆ, ਨਸ਼ਾ ਛਡਾਓ ਤੁਸੀਂ ਮੁਹਿੰਮ ਚਲਾਈ ਹੋ ਵਧੀਆ। ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਤੁਹਾਡੀ ਮੁਹਿੰਮ ਤੋਂ ਨਸ਼ਾ ਛੱਡਣਾ ਤੇ ਕਿੰਨਿਆਂ ਨੇ ਅੰਮ੍ਰਿਤ ਛਕ ਕੇ ਜਿਹੜਾ ਉਹ ਨਿਭਾਉਣਾ ਵਾ, ਇਹ ਸਮਾਂ ਦੱਸੂਗਾ। ਮੈਂ ਇਹਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ। ਆਪਾਂ ਗੱਲ ਗੱਲ ਦੇ ਉੱਤੇ ਆਪਾਂ ਚੀਜ਼ਾਂ ਦਾ ਨਿਤਾਰਾ ਤੇ ਕਰੀਏ, ਉਹਦੇ ਰਿਜ਼ਲਟ ਕੀ ਆ ਰਹੇ ਨੇ ਯਾਰ। ਆਪਾਂ ਅਮਿਤ ਸ਼ਾਹ ਨੂੰ, ਮੋਦੀ ਨੂੰ ਗਾਲਾਂ ਕੱਢੀ ਜਾਂਦੇ ਆ ਸਿਰਫ ਇਹ ਸਾਬਤ ਕਰਨ ਲਈ ਕਿ ਮੈਂ ਏਜੰਸੀਆਂ ਦਾ ਤੇ ਕੇਂਦਰ ਦਾ ਬੰਦਾ ਨਹੀਂ ਹੈਗਾ। ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਗਾਲਾਂ ਦਾ ਗੁੱਸਾ ਉਹ ਪੰਜਾਬ ਦੇ ਉੱਤੇ ਕੱਢਦੇ ਨੇ। ਦੂਜੀ ਚੀਜ਼, ਮੈਂ ਨਹੀਂ ਤੈਨੂੰ ਕਹਿੰਦਾ ਕਿ ਤੂੰ ਏਜੰਸੀਆਂ ਦਾ ਬੰਦਾ ਵਾ, ਪਰ ਮੈਂ ਤੈਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਇੰਨੀ ਕੁ ਮੇਰੀ ਉਮਰ ਤੇ ਇੰਨਾ ਕੁ ਮੇਰਾ ਤਜਰਬਾ ਹੋ ਗਿਆ ਵਾ ਕਿ ਏਜੰਸੀਆਂ ਜਿਹਨੂੰ ਵਰਤਣਾ ਹੁੰਦਾ ਨਾ, ਕਦੀ ਉਹਦੇ ਨਾਲ ਮੀਟਿੰਗਾਂ ਨਹੀਂ ਕਰਦੀਆਂ, ਬਲਕਿ ਉਹ ਮਾਹੌਲ ਹੀ ਇਹੋ ਜਿਹਾ ਕ੍ਰੀਏਟ ਕਰਦੀਆਂ ਔਰ ਮਾਈਂਡ ਹੀ ਬੰਦੇ ਦਾ ਇਹੋ ਜਿਹਾ ਸੈੱਟ ਕਰਦੀਆਂ ਵਾ, ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕਦੋਂ ਏਜੰਸੀਆਂ ਕੋਲ ਵਰਤਿਆ ਗਿਆ ਵਾ, ਕਦੋਂ ਉਹ ਏਜੰਸੀਆਂ ਦੇ ਹੱਥਾਂ ਦੇ ਵਿੱਚ ਖੇਡ ਗਿਆ ਵਾ। ਮੈਂ ਤੈਨੂੰ ਅਲਰਟ ਕਰਦਾ ਕਿ 2024 ਚੋਣਾਂ ਤੱਕ ਤੈਨੂੰ ਏਜੰਸੀਆਂ ਨੇ ਪੀਕ ਦੇ ਉੱਤੇ ਚੜਾਉਣਾ, ਟੀਸੀ ਦੇ ਉੱਤੇ ਖੰਡਗੇ ਔਰ ਚੋਣਾਂ ਤੋਂ ਪਹਿਲਾਂ ਤੇਰੇ ਤੇ ਕਾਰਵਾਈ ਕਰਕੇ ਨਾ, ਜਿੱਦਾਂ ਉਹਨਾਂ ਪੁਲਵਾਮਾ ਵਾਲਾ ਕਾਂਡ ਹੋਇਆ ਸੀਗਾ, ਉਹਦੇ ਸਿਰ ਤੇ ਦੇਸ਼ ਜਿੱਤ ਲਿਆ ਸੀਗਾ, ਇਸੇ ਤਰੀਕੇ ਉਹ ਪੂਰਾ ਦੇਸ਼ ਜਿੱਤਣਗੇ। ਅੰਮ੍ਰਿਤਪਾਲ ਖੁਦ ਸੋਚ, ਜਾਂ ਰੱਬ ਤੈਨੂੰ ਕਿਤੇ ਸਮੱਤ ਬਖਸ਼ੇ, ਜਿਸ ਦਿਨ 2 ਦਿਨ ਦਾ ਸਮਿਟ ਇਨਵੈਸਟਮੈਂਟ ਸੀਗਾ ਪੰਜਾਬ ਦੇ ਵਿੱਚ, ਉਹ 2 ਦਿਨ ਪੰਜਾਬ ਦੁਨੀਆ ਦੇ ਵੱਡੇ ਵੱਡੇ ਵਪਾਰੀ ਭਾਰਤ ਦੇ ਵਿੱਚੋਂ ਇੱਥੇ ਆਏ ਸੀਗੇ ਜਿਨ੍ਹਾਂ ਨੇ ਪੰਜਾਬ 'ਚ ਇਨਵੈਸਟ ਕਰਨ ਦਾ ਸੋਚਣਾ ਸੀਗਾ। ਕੱਲੀ ਤੇਰੀ ਘਟਨਾ ਨਹੀਂ ਹੋਈ ਉਸ ਦਿਨ 2 ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ ਜਦੋਂ ਸਾਰੇ ਵਪਾਰੀ ਪੰਜਾਬ ਦੇ ਵਿੱਚ ਸੀਗਾ। ਇੱਕ ਅਜਨਾਲੇ ਵਾਲੀ ਜਿਹੜੀ ਤੂੰ ਕੀਤੀ, ਦੂਜੀ ਗਵਰਨਰ ਦੀ ਸਟੇਟਮੈਂਟ ਆਉਂਦੀ ਹੈ, ਰਿਫਿਊਜ਼ ਕਰ ਦਿੰਦਾ ਬਜਟ ਸੈਸ਼ਨ ਨੂੰ ਵੀ ਮੈਂ ਬਜਟ ਸੈਸ਼ਨ ਹੀ ਨਹੀਂ ਬੁਲਾਉਣ ਦੇਣਾ। ਕੀ ਉਹਨਾਂ ਵਪਾਰੀਆਂ ਦੇ ਮਨ ਦੇ ਉੱਤੇ ਬੀਤੀ ਹੋਊਗੀ ਤੇਰੀ ਘਟਨਾ ਦੇ ਨਾਲ ਸਿਕਿਉਰਿਟੀ ਕਰਕੇ ਤੇ ਉਧਰ ਫਾਈਨੈਂਸ਼ੀਅਲ ਸਿਕਿਉਰਿਟੀ ਕਰਕੇ, ਆ ਉਹਨਾਂ ਦੇ ਦਿਮਾਗ 'ਚ ਬਹਿ ਗਿਆ ਹੋਊਗਾ ਤੇ ਕੀ ਸਵਾਹ ਤੇ ਖੇ ਯਾਰ ਉਹ ਪੰਜਾਬ ਦੇ ਵਿੱਚ ਪੈਸੇ ਲਾਉਣਗੇ। ਇਹਨਾਂ ਦੋਵਾਂ ਘਟਨਾਵਾਂ ਨੂੰ ਅੱਗੇ ਜਾ ਕੇ ਵੀ ਸੋਚ। ਨੈਸ਼ਨਲ ਮੀਡੀਆ ਨੇ ਜਿਸ ਤਰੀਕੇ ਦਿਖਾਇਆ ਕਿ ਥਾਣੇ ਦੇ ਉੱਤੇ ਖਾਲਿਸਤਾਨੀਆਂ ਦਾ ਕਬਜ਼ਾ, ਥਾਣੇ ਦੇ ਉੱਤੇ ਖਾਲਿਸਤਾਨੀਆਂ ਦਾ ਕਬਜ਼ਾ, ਅਜੇ ਤੱਕ ਇਹ ਨਹੀਂ ਸਮਝ ਆਈ ਵੀ ਉਹ ਕਿਹਦੇ ਕਹਿਣ ਦੇ ਉੱਤੇ ਵਿਖਾਇਆ ਗਿਆ, ਕੌਣ ਉਹਨਾਂ ਦੇ ਪਿੱਛੇ ਸੀਗਾ। ਅਜੇ ਵੀ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਪੰਜਾਬ ਨੂੰ ਕਿਤੇ ਨਾ ਕਿਤੇ ਖਤਮ ਕਰਨ ਦੀ ਸਾਜ਼ਿਸ਼ ਚੱਲ ਰਹੀ ਆ ਔਰ ਅਸੀਂ ਪੰਜਾਬੀ ਸਾਰੇ ਹੀ ਸਮੇਤ ਤੇਰੇ ਮਿਲ ਕੇ ਉਹਦੇ ਵਿੱਚ ਯੋਗਦਾਨ ਪਾ ਰਹੇ ਹਾਂ ਵੀ ਭਰਾਵਾ ਸਾਨੂੰ ਹੀ ਵਰਤ ਲਓ, ਅਸੀਂ ਤੁਹਾਡੇ ਆਖੇ ਪੰਜਾਬ ਤਬਾਹ ਕਰ ਦਿੰਦੇ ਹਾਂ। ਤੇ ਜਦੋਂ ਵੀ ਇੱਕ ਚੀਜ਼ ਤੇ ਹੋਰ ਧਿਆਨ ਦਿਓ ਤੁਸੀਂ ਸਾਰੇ ਹੀ ਪੰਜਾਬ ਵਾਸੀ, ਕਿ ਜਦੋਂ ਵੀ ਕੋਈ ਘਟਨਾ ਇਹੋ ਜਿਹੀ ਵੱਡੀ ਵਾਪਰਦੀ ਆ, ਜਦੋਂ ਵੀ ਕਿਤੇ ਪੰਜਾਬੀਆਂ ਨੂੰ, ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਸੱਚੇ ਹੋਣ ਲਈ ਪ੍ਰਾਈਮ ਮਿਨਿਸਟਰ ਜਾਂ ਗ੍ਰਹਿ ਮੰਤਰੀ ਕਿਸੇ ਨਾ ਕਿਸੇ ਗੁਰਦੁਆਰੇ ਦੇ ਵਿੱਚ ਚਲੇ ਜਾਂਦੇ ਆਪਣਾ ਪੰਜਾਬ ਦੇ ਪ੍ਰਤੀ ਸੱਚੀ ਨਿਸ਼ਠਾ ਤੇ ਸੱਚੀ ਜਿਹੜੀ ਸ਼ਰਧਾ ਵਿਖਾਉਣ ਲਈ। ਕੱਲ ਉਹ ਪਟਨਾ ਸਾਹਿਬ ਵਿਖੇ ਪਹੁੰਚ ਜਾਂਦੇ ਨੇ, ਨਾ ਕੱਲ ਕੋਈ ਗੁਰਪੁਰਬ ਹੈ, ਨਾ ਕੱਲ ਕੋਈ ਸ਼ਹੀਦੀ ਦਿਹਾੜਾ ਹੈ, ਕੱਲ ਵੀ ਉੱਥੇ ਜਾਂਦੇ ਨੇ ਔਰ ਵੱਡੀਆਂ ਵੱਡੀਆਂ ਖਬਰਾਂ ਲੱਗਦੀਆਂ ਨੇ ਪੱਗ ਬੰਨ੍ਹ ਕੇ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗਏ। ਇਹਨਾਂ ਸਾਰੀਆਂ ਚੀਜ਼ਾਂ ਤੋਂ, ਇਹਨਾਂ ਸਾਜ਼ਿਸ਼ਾਂ ਤੋਂ ਯਾਰ ਆਪਾਂ ਅਲਰਟ ਤੇ ਹੋਈਏ। ਜੋ ਵੀ ਉੱਥੇ ਹੋਇਆ ਤੇ ਆਪਾਂ ਉਹਦੇ ਪਿੱਛੇ ਤਰਕ ਕੀ ਦਿੱਤੇ, ਆਪਣੇ ਅਨੁਸਾਰ ਹੀ ਆਪਾਂ ਹਿਸਟਰੀ ਬਦਲਣੀ ਸ਼ੁਰੂ ਕਰ ਦਿੱਤੀ ਹੈ, ਆਪਣੇ ਅਨੁਸਾਰ ਹੀ ਆਪਾਂ ਉੱਥੇ ਸਾਰਾ ਕੁਝ ਸੋਚਣਾ ਸ਼ੁਰੂ ਕਰ ਦਿੱਤਾ। ਮੈਂ ਸ਼ੁਰੂ ਕਰਨ ਲੱਗਾ ਵੀ ਜਿੱਥੋਂ ਤੁਸੀਂ ਮਤਲਬ ਉੱਥੇ ਚਾਲੇ ਪਏ ਨੇ, ਤੁਸੀਂ ਆਪਣੇ ਪਿੰਡ ਤੋਂ ਤੁਰਿਓ ਆਪਣੀ ਕਾਰ ਦੇ ਵਿੱਚ ਤੇ ਗੁਰੂ ਮਹਾਰਾਜ ਸਾਹਿਬ ਵਾਲੀ ਜਿਹੜੀ ਗੱਡੀ ਸੀ ਪਾਲਕੀ ਸਾਹਿਬ ਵਾਲੀ, ਉਹ ਤੁਹਾਡੇ ਅੱਗੇ ਅੱਗੇ ਜਾਂਦੀ ਹੈ। ਜਦੋਂ ਇਹ ਨਾਲੇ ਪਹੁੰਚ ਜਾਂਦੀ ਹੈ
ਤੇ ਪਹਿਲਾ ਬੈਰੀਕੇਡ ਜਿਹੜਾ ਪੁਲਿਸ ਪਾਲਕੀ ਨੂੰ ਅੱਗੇ ਲੰਘਾ ਦਿੰਦੀ ਹੈ ਗੁਰੂ ਮਹਾਰਾਜ ਦੇ ਸਰੂਪ ਨੂੰ, ਤੁਸੀਂ ਪਿੱਛੇ ਪਿੱਛੇ ਤੁਰੇ ਜਾਂਦੇ ਹੋ। ਫਿਰ ਤੁਸੀਂ ਗੁਰੂ ਮਹਾਰਾਜ ਦੇ ਸਰੂਪ ਵਾਲੀ ਗੱਡੀ ਦੇ ਵਿੱਚ ਬੈਠ ਜਾਂਦੇ ਹੋ, ਉਹ ਥਾਣੇ ਦੇ ਵਿੱਚ ਪਹੁੰਚ ਜਾਂਦੀ ਹੈ, ਜਿੱਥੇ ਜਾ ਕੇ ਤੁਸੀਂ ਆਪ ਕੁਰਸੀ ਤੇ ਬੈਠ ਗਏ ਤੇ ਕਈ ਲੋਕ ਜਿਹੜੇ ਉਹ ਕੋਠਿਆਂ ਦੇ ਉੱਤੇ ਚੜ੍ਹ ਗਏ। ਫਿਰ ਅੰਦਰ ਜਾ ਕੇ ਤੁਹਾਡੇ ਆਪਣੇ ਬਣਾਏ ਅਸੂਲ ਹੀ ਤੁਹਾਡੇ ਉੱਤੇ ਲਾਗੂ ਨਹੀਂ ਹੁੰਦੇ ਯਾਰ। ਆਪਾਂ ਸਾਰੇ ਗੁਰਦੁਆਰਿਆਂ ਦੇ ਵਿੱਚ ਪੰਜਾਬ ਦੇ ਕੁਰਸੀਆਂ ਮੇਜ਼ ਜਿਹੜੇ ਬਜ਼ੁਰਗਾਂ ਲਈ ਰੱਖੇ ਸੀਗੇ ਉਹ ਚੁਕਾ ਦਿੱਤੇ, ਕਈ ਸਾੜ ਦਿੱਤੇ ਗਏ। ਜਿਹੜੇ ਲੋਹੇ ਨਾਲ ਬਣੇ ਸੀ ਤੁਸੀਂ ਉਹਨਾਂ ਬਾਰੇ ਕਿਹਾ ਵੀ ਇਹਨਾਂ ਨੂੰ ਸਾੜ ਦਿਓ, ਇਹ ਜਿਹੜਾ ਲੋਹਾ ਇਹ ਢਾਲ ਕੇ ਦੁਬਾਰਾ ਬਣਨਾ ਚਾਹੀਦਾ, ਕਿਉਂਕਿ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੁਰਸੀਆਂ ਲੱਗੀਆਂ ਸੀਗੀਆਂ। ਆਹ ਤੁਸੀਂ ਬਣਾ ਦਿੱਤਾ ਵੀ ਕੋਈ ਮੇਜ਼ ਕੁਰਸੀ ਨਹੀਂ ਲੱਗਣਾ ਚਾਹੀਦਾ, ਤੇ ਆਪ ਤੁਸੀਂ ਥਾਣੇ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਬਾਹਰ ਹੈ ਤੇ ਕੁਰਸੀ ਦੇ ਉੱਤੇ ਬੈਠ ਜਾਂਦੇ ਹੋ ਕਿ ਤੁਹਾਡੇ ਅਸੂਲ ਵੀ ਤੁਹਾਡੇ ਉੱਤੇ ਕੋਈ ਲਾਗੂ ਨਹੀਂ ਹੁੰਦੇ। ਫਿਰ ਤੁਸੀਂ ਕੀ ਕਹਿੰਦੇ ਹੋ, ਥਾਣਾ ਕੋਈ ਮਾੜੀ ਜਗ੍ਹਾ ਨਹੀਂ ਜਿੱਥੇ ਕੋਈ ਗੁਰੂ ਮਹਾਰਾਜ ਦਾ ਸਰੂਪ ਅਸੀਂ ਲੈ ਗਏ ਹਾਂ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਥਾਣਾ ਕੋਈ ਮਾੜੀ ਜਗ੍ਹਾ ਨਹੀਂ। ਜਦੋਂ ਥਾਣਿਆਂ 'ਚ ਵੀ ਪਾਠ ਕਰਾਉਂਦੇ ਨੇ ਤੇ ਬੜੀ ਸਾਫ਼ ਸਫਾਈ ਕੀਤੀ ਜਾਂਦੀ ਹੈ, ਕਿਉਂਕਿ ਥਾਣਿਆਂ ਦੇ ਵਿੱਚ ਲਾਹਨ ਫੜੀ ਹੁੰਦੀ ਹੈ, ਥਾਣਿਆਂ ਦੇ ਵਿੱਚ ਭੁੱਕੀ ਫੜੀ ਹੁੰਦੀ ਹੈ, ਥਾਣਿਆਂ ਦੇ ਵਿੱਚ ਫੀਮ ਪਈ ਹੁੰਦੀ ਹੈ, ਥਾਣੇ 'ਚ ਜਿਨ੍ਹਾਂ ਲੋਕਾਂ ਦੇ ਕਤਲ ਹੋ ਜਾਂਦੇ ਨੇ ਉਹਨਾਂ ਦੇ ਵਿਸਰੇ ਪਏ ਹੁੰਦੇ ਜਿਹਦੇ ਵਿੱਚ ਟੱਟੀ ਪਿਸ਼ਾਬ ਤੱਕ ਲਹੂ ਉਹਨਾਂ ਦਾ ਹੁੰਦਾ ਵਾ। ਇੱਥੋਂ ਤੱਕ ਉਹ ਚੀਜ਼ਾਂ ਸਾਰੀਆਂ ਹੀ ਉੱਥੇ ਪਈਆਂ ਸੀਗੀਆਂ, ਕਿਸੇ ਨੇ ਪਾਸੇ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਆ ਜਾਓ, ਪੁਲਿਸ ਵਾਲਾ ਜੇ ਗੁਰਦੁਆਰੇ ਦੇ ਵਿੱਚ ਜੁੱਤੀ ਤੇ ਦੂਰ ਬੈਲਟ ਲਾ ਕੇ ਵੀ ਚਲੇ ਜਾਵੇ ਤੇ ਆਪਾਂ ਰੌਲਾ ਪਾ ਦਿੰਦੇ ਵੀ ਬੇਅਦਬੀ ਹੋ ਗਈ, ਬੇਅਦਬੀ ਹੋ ਗਈ, ਤੇ ਆਪਾਂ ਗੁਰਦੁਆਰਾ ਸਾਹਿਬ ਹੀ ਚੁੱਕ ਕੇ ਥਾਣੇ ਦੇ ਵਿੱਚ ਲੈ ਗਏ ਆ। ਕੀ ਤੁਸੀਂ ਇਹ ਬਿਲਕੁਲ ਮਤਲਬ ਠੀਕ ਕੀਤਾ? ਫਿਰ ਤੁਸੀਂ ਆਪਣੀ ਗਲਤੀ ਨੂੰ ਲੁਕਾਉਣ ਲਈ ਤਰਕ ਆਪਣੀ ਮਰਜ਼ੀ ਦੇ ਅਨੁਸਾਰ ਦੇ ਰਹੇ ਹੋ ਕਿ ਰਾਜੇ ਮਹਾਰਾਜੇ ਵੀ, ਫੌਜਾਂ ਵੀ ਜੰਗ ਦੇ ਅੱਗੇ ਜਿਹੜੇ ਉਹ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਜਾਂਦੀਆਂ ਸੀਗੀਆਂ। ਅੰਮ੍ਰਿਤਪਾਲ ਜੀ, ਰਾਜੇ ਮਹਾਰਾਜੇ ਜਿਹੜੇ ਗੁਰੂ ਮਹਾਰਾਜ ਦਾ ਸਰੂਪ ਖੜਦੇ ਸੀਗੇ ਫੌਜੀ ਜੰਗਾਂ ਦੇ ਵਿੱਚ, ਉਹ ਮਹਾਰਾਜ ਦਾ ਓਟ ਆਸਰਾ ਲੈਣ ਲਈ ਖੜਦੇ ਸੀ ਤੇ ਇੱਕ ਜਗ੍ਹਾ ਤੇ ਸੁਸ਼ੋਭਿਤ ਕੀਤਾ ਜਾਂਦਾ ਸੀਗਾ, ਨਾ ਕਿ ਗੁਰੂ ਮਹਾਰਾਜ ਦਾ ਸਰੂਪ ਜਿਹੜਾ ਬਾਰਡਰ ਵਾਲੀ ਤਾਰ ਦੇ ਕੰਢੇ ਲਈ ਫਿਰਦੇ ਸੀ ਜਿੱਥੇ ਗੋਲੀਆਂ ਚੱਲਦੀਆਂ ਸੀਗੀਆਂ, ਜਾਂ ਕੋਈ ਤੋਪ ਦੇ ਅੱਗੇ ਰੱਖ ਦਿੰਦੇ ਸੀ ਕਿ ਜਿੱਥੇ ਤੋਪਾਂ ਡਿੱਗਣੀਆਂ ਤੇ ਗੋਲੀਆਂ ਆਉਣੀਆਂ ਸੀਗੀਆਂ। ਉਹ ਇੱਕ ਜਗ੍ਹਾ ਤੇ ਸੁਸ਼ੋਭਿਤ ਕਰਕੇ ਉੱਥੇ ਮੱਥਾ ਟੇਕ ਕੇ ਓਟ ਆਸਰਾ ਲੈ ਕੇ ਤੇ ਉਹ ਫਿਰ ਜਾਂਦੇ ਸੀਗੇ। ਫਿਰ ਆਪਾਂ ਤਰੱਕੀ ਦਿੰਨੇ ਆ ਸੰਤਾਂ ਮਹਾਂਪੁਰਸ਼ਾਂ ਦੇ ਨਾਂ ਦਾ ਕਿ ਸੰਤ ਕਰਤਾਰ ਸਿੰਘ ਭਿੰਡਰਾਲਿਆਂ ਨੇ 37 ਨਗਰ ਕੀਰਤਨ ਐਮਰਜੈਂਸੀ 'ਚ ਕੱਢੇ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਨਗਰ ਕੀਰਤਨ ਸੀਗਾ? ਉਹਨਾਂ ਨੇ ਜੇ ਨਗਰ ਕੀਰਤਨ ਕੱਢੇ ਹੋਣਗੇ ਤੇ ਕੋਈ ਬੰਦੇ ਛਡਾਉਣ ਲਈ ਨਹੀਂ ਕੱਢੇ, ਕੋਈ ਪਰਚੇ ਰੱਦ ਕਰਾਉਣ ਲਈ ਨਗਰ ਕੀਰਤਨ ਨਹੀਂ ਕੱਢੇ ਗਏ, ਕੋਈ ਨਿੱਜੀ ਮਫਾਦਾਂ ਲਈ ਨਗਰ ਕੀਰਤਨ ਨਹੀਂ ਕੱਢੇ ਗਏ। ਫਿਰ ਆਪਾਂ ਹਵਾਲਾ ਦਿੰਨੇ ਆ ਕਿਸਾਨ ਅੰਦੋਲਨ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਜਿਹੜਾ ਉੱਥੇ ਰੱਖਿਆ ਗਿਆ ਸੀਗਾ। ਮੈਂ ਤੁਹਾਨੂੰ ਦੱਸ ਦਿੰਦਾ, ਮੇਰਾ ਖਿਆਲ ਉਦੋਂ ਤੇ ਤੁਸੀਂ ਦੁਬਈਓਂ ਵੀ ਨਹੀਂ ਸੀ ਆਏ ਜਦੋਂ ਕਿਸਾਨ ਅੰਦੋਲਨ ਤੁਰਿਆ ਪੰਜਾਬ ਦੇ ਵਿੱਚੋਂ ਗਿਆ, ਪੰਜਾਬ ਭਰ ਕੇ ਲੋਕ ਉਹਦੇ ਵਿੱਚ ਗਏ ਆ। ਜਦੋਂ ਬੈਰੀਕੇਡ ਤੋੜਦੇ ਗਏ ਉਦੋਂ ਗੁਰੂ ਮਹਾਰਾਜ ਦਾ ਸਰੂਪ ਨਹੀਂ ਲੈ ਕੇ ਗਏ। ਜਦੋਂ ਉੱਥੇ ਬਹੁ ਗਿਣਤੀ ਵਿੱਚ ਪਹੁੰਚ ਗਏ ਆ, ਜਦੋਂ ਉੱਥੇ ਉਹਨਾਂ ਨੂੰ ਪਤਾ ਸੀਗਾ ਕਿ ਲੰਮਾ ਸਮਾਂ ਇੱਥੇ ਰਹਿਣਾ ਵਾ, ਤੇ ਫਿਰ ਗੁਰੂ ਮਹਾਰਾਜ ਦਾ ਜਿਹੜਾ ਸਰੂਪ ਆ ਉੱਥੇ ਸੁਸ਼ੋਭਿਤ ਕੀਤਾ ਗਿਆ। ਤੇ ਜਿਹੜੇ ਸਿੱਖ ਸੀਗੇ, ਜਿਹੜੇ ਗੁਰੂ ਨੂੰ ਮੰਨਣ ਵਾਲੇ ਲੋਕ, ਸਾਰੇ ਗੁਰੂ ਨੂੰ ਮੰਨਣ ਵਾਲੇ ਸੀ, ਕਈਆਂ ਦੀ ਰੋਜ਼ ਦੀ ਸ਼ਰਧਾ ਹੁੰਦੀ ਆ, ਉਹਨਾਂ ਕਰਕੇ ਉਹ ਰੋਜ਼ ਉੱਥੇ ਉਹ ਮੱਥਾ ਟੇਕਦੇ ਸੀਗੇ ਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲਦੇ ਸੀਗੇ ਔਰ ਮੋਰਚਾ ਵੀ ਫਤਿਹ ਕਰਕੇ ਆਏ। ਅੱਗੇ ਆਓ, ਤੁਸੀਂ ਜੀਰਾ ਫੈਕਟਰੀ ਦਾ ਹਵਾਲਾ ਦਿੱਤਾ ਕਿ ਜੀਰਾ ਫੈਕਟਰੀ ਦੇ ਵਿੱਚ ਪਹਿਲੇ ਦਿਨ ਹੀ ਗੁਰੂ ਮਹਾਰਾਜ ਦਾ ਸਰੂਪ ਅੱਗੇ ਲਾ ਲਿਆ ਗਿਆ ਸੀਗਾ। 3-4 ਵਾਰੀ ਡਾਂਗਾ ਖਾਧੀਆਂ ਲੋਕਾਂ ਨੇ ਉੱਥੇ। ਉਸ ਤੋਂ ਬਾਅਦ ਜਦੋਂ ਪੱਕਾ ਮੋਰਚਾ ਲੱਗਾ ਫਿਰ ਜੀਰੇ ਦੇ ਵਿੱਚ ਗੁਰੂ ਮਹਾਰਾਜ ਦਾ ਜਿਹੜਾ ਸਰੂਪ ਉਹ ਸੁਸ਼ੋਭਿਤ ਕੀਤਾ ਗਿਆ। ਇਹਨਾਂ ਚੀਜ਼ਾਂ ਦੇ ਨਾਲ ਤੁਲਨਾ ਨਾ ਕਰੋ ਤੇ ਨਾ ਹੀ ਝੂਠੇ ਜਿਹੜੇ ਉਹ ਤਰਕ ਦਿਓ। ਹਾਂ, ਜੇ ਤੁਹਾਡੇ ਕੋਲੋਂ ਗਲਤੀ ਹੋਈ ਆ, ਵੱਡਿਆਂ ਵੱਡਿਆਂ ਕੋਲ ਹੁੰਦੀ ਆ, ਸਾਡੇ ਕੋਲੋਂ ਵੀ ਹੁੰਦੀ, ਅਸੀਂ ਤੇ ਛੋਟੇ ਜਿਹੇ ਆ, ਔਰ ਗਲਤੀ ਨੂੰ ਮੰਨ ਲੈਣਾ ਚਾਹੀਦਾ ਔਰ ਸੰਗਤ ਤੁਹਾਨੂੰ ਪ੍ਰਵਾਨ ਵੀ ਕਰੂਗੀ। ਜੇ ਤੁਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਦੀ ਗੱਲ ਕਰਦੇ ਹੋ, ਤੁਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਹੀ ਲੈਣਾ ਸੀਗਾ ਤੇ ਫਿਰ ਗੁਰਦੁਆਰਾ ਸਾਹਿਬ ਤੇ ਅਜਨਾਲੇ ਵੀ ਹੈਗਾ ਸੀਗਾ, ਉੱਥੇ ਹੀ ਅਰਦਾਸ ਜਿਹੜੀ ਬੇਨਤੀ ਕਰ ਲੈਂਦੇ। ਟਕਸਾਲ ਦੇ ਵਿੱਚ ਵੀ ਗੁਰੂ ਮਹਾਰਾਜ ਦਾ ਸਰੂਪ ਸੀਗਾ, ਉੱਥੇ ਤੁਸੀਂ ਆਪਣੀ ਅਰਦਾਸ ਬੇਨਤੀ ਕਰ ਲੈਂਦੇ। ਕਿ ਉੱਥੇ ਗੁਰੂ ਮਹਾਰਾਜ ਦੇ ਸਰੂਪ ਸੇਮ ਨਹੀਂ ਕਿ ਜਿਹੜਾ ਮਤਲਬ ਜਿਹੜੇ ਗੁਰੂ ਮਹਾਰਾਜ ਦਾ ਸਰੂਪ ਤੁਹਾਡੇ ਨਾਲ ਪਾਲਕੀ ਦੇ ਵਿੱਚ ਸੀਗਾ ਉਹਦੇ ਵਿੱਚ ਕੋਈ ਵੱਖਰੀ ਬਾਣੀ ਤੇ ਹੈ ਨਹੀਂ ਕਿ ਆਪਣੇ ਨਾਲ ਨਾਲ ਸਿਰਫ ਇਹੀ ਮਹਾਰਾਜ ਦਾ ਸਰੂਪ ਚੱਲਣਾ ਚਾਹੀਦਾ? ਸਰੂਪ ਤੇ ਇੱਕ ਹੀ ਹੈ ਨਾ ਯਾਰ। ਫਿਰ ਜੇ ਭਰਾਵਾ ਤੂੰ ਸੱਚਾ ਸਿੱਖ ਸੀਗਾ ਫਿਰ ਤੂੰ ਪੁਲਿਸ ਨੂੰ ਕਹਿੰਦਾ ਕਿ ਯਾਰ ਆਹ ਮੇਰੇ ਨਾਲ ਗੁਰੂ ਮਹਾਰਾਜ ਦਾ ਸਰੂਪ ਹੈ, ਇਹਨੂੰ ਮੈਨੂੰ ਗੁਰਦੁਆਰਾ ਸਾਹਿਬ ਜਾਂ ਟਕਸਾਲ ਦੇ ਵਿੱਚ ਸੁਸ਼ੋਭਿਤ ਕਰ ਆਉਣ ਦਿਓ, ਤੇ ਫਿਰ ਆਪਾਂ ਦੋ ਹੱਥ ਕਰ ਲੈਂਦੇ ਆ, ਫਿਰ ਆਪਾਂ ਲੜ ਲੈਂਦੇ ਆ, ਤੇ ਫਿਰ ਆਪਾਂ ਨੂੰ ਵੀ ਪਤਾ ਹੋਣਾ ਸੀਗਾ ਵੀ ਕੀ ਹਾਲਾਤ ਬਣਨੇ ਸੀਗੇ ਤੇ ਕੀ ਉੱਥੇ ਹਸ਼ਰ ਹੋਣਾ ਸੀਗਾ। ਇਹ ਤਰਕ ਕੋਈ ਚੰਗੇ ਨਹੀਂ। ਕੱਲ ਨੂੰ ਕੋਈ ਗੈਂਗਸਟਰ, ਰੇਪਿਸਟ ਗੁਰੂ ਮਹਾਰਾਜ ਦਾ ਸਰੂਪ ਰੱਖ ਕੇ ਗੱਡੀ ਦੇ ਵਿੱਚ ਉਹ ਸੂਬਾ ਛੱਡਣ ਦੀ ਤਿਆਰੀ ਕਰ ਲੂਗਾ, ਪੁਲਿਸ ਨੂੰ ਪਤਾ ਹੋਊਗਾ ਤੇ ਪੁਲਿਸ ਨੂੰ ਹੱਥ ਵੀ ਨਹੀਂ ਪਾ ਸਕਦੀ। ਇਹੋ ਜਿਹਾ ਤਰੀਕਾ ਤੁਸੀਂ ਲੋਕਾਂ ਨੂੰ ਕੀ ਸੇਧ ਦੇ ਰਹੇ ਹੋ ਯਾਰ? ਕੱਲ ਨੂੰ ਮੰਨ ਲਓ ਮੇਰੇ ਘਰ ਕਿਸੇ ਦੇ ਘਰ ਵੀ ਕੋਈ ਬੰਦਾ ਲੜਨ ਆ ਜਾਂਦਾ, ਕਿਸੇ ਨੂੰ ਮਾਰਨ ਆ ਜਾਂਦਾ, ਤੇ ਕਦੀ ਕੋਈ ਆਪਣੇ ਪਿਓ ਨੂੰ ਵੀ ਅੱਗੇ ਕਰਦਾ ਵੀ ਇਹ ਪਹਿਲਾਂ ਮੇਰੇ ਪਿਓ ਨੂੰ ਗੋਲੀ ਵੱਜ ਜਾਵੇ ਜਾਂ ਪਹਿਲਾਂ ਮੇਰੇ ਪਿਓ ਨੂੰ ਕੁੱਟ ਲਓ ਜਾਂ ਇਹਦੇ ਗਲ ਪੈ ਜਾਓ। ਇਹ ਗੁਰੂ ਮਹਾਰਾਜ ਦਾ ਸਤਿਕਾਰ ਨਹੀਂ ਹੈ।
ਇਹ ਬਾਪ ਦਾ ਸਤਿਕਾਰ ਨਹੀਂ ਹੈ, ਬੁਜ਼ਦਿਲੀ ਹੁੰਦੀ ਹੈ। ਫਰਕ ਸਿਰਫ ਇਹ ਹੈ ਕਿ ਲੋਕ ਤੁਹਾਡੇ ਨਾਲ ਜਿਹੜੀ ਗੁਰੂ ਸਾਹਿਬ ਦੀ ਪਾਲਕੀ ਚੱਲਦੀ ਸੀਗੀ, ਤੁਹਾਨੂੰ ਗਲਤਫਹਿਮੀ ਹੈ ਤੈਨੂੰ ਭਰਾਵਾ, ਜਿਹੜੀ ਪਾਲਕੀ ਚੱਲਦੀ ਸੀ ਲੋਕ ਉਹਦਾ ਸਤਿਕਾਰ ਕਰ ਰਹੇ ਸੀਗੇ, ਲੋਕ ਉਹਦੇ ਅੱਗੇ ਆਪਣਾ ਜਿਹੜਾ ਸਿਰ ਨਵਾ ਰਹੇ ਸੀਗੇ। ਤੇ ਜਿਹਦੇ ਹੰਕਾਰ 'ਚ ਤੂੰ ਇਹ ਸਮਝ ਲਿਆ ਕਿ ਲੋਕ ਮੇਰੇ ਅੱਗੇ ਸਿਰ ਨਵਾ ਰਹੇ ਨੇ ਤੇ ਪੁਲਿਸ ਮੇਰੇ ਕੋਲੋਂ ਡਰ ਗਈ ਆ, ਇਹੋ ਜੀ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ। ਜਦੋਂ ਭਜਦਿਆਂ ਨੂੰ ਵਾਹਣ ਇੱਕੋ ਜਿਹੇ ਨੇ, ਜਦੋਂ ਤੁਸੀਂ ਕਿਸੇ ਦੇ ਥਾਣੇ ਦੇ ਉੱਤੇ ਹੀ ਪੈ ਗਏ ਤੇ ਉਹਨਾਂ ਕੋਲ ਲਿਹਾਜ਼ ਥੋੜੀ ਕਰਨਾ ਸੀਗਾ। ਫਿਰ ਹੰਕਾਰ ਆਪਣੇ ਵਿੱਚ ਕਿੰਨਾ ਕੁੱਟ-ਕੁੱਟ ਕੇ ਭਰਿਆ। ਮੈਂ ਤੁਹਾਡੀਆਂ ਕਈ ਬਾਈਟ ਸੁਣਦਾ ਪੱਤਰਕਾਰਾਂ ਨੂੰ, ਹੈਂ ਕਰਕੇ ਆਪਾਂ ਗੱਲਾਂ ਕਰਦੇ ਆ, ਮਾਈਕ ਮੇਰੇ ਦੰਦਾਂ ਤੇ ਨਾ ਮਾਰ ਦਿਓ। ਮੈਂ ਤੈਨੂੰ ਪੱਤਰਕਾਰਾਂ ਬਾਰੇ ਦੱਸਾਂ, ਤੇਰੇ ਮੇਰੇ ਵਰਗੇ ਕਈ ਆਏ ਨਾ ਹੰਢਾ ਕੇ ਉਹ ਸੁੱਟਤੇ ਤੇ ਮੁੜ ਕੇ ਉਹਨਾਂ ਦਾ ਪਤਾ ਵੀ ਨਹੀਂ ਲੱਗਦਾ। ਤੁਸੀਂ ਉਦਣ ਵੀ ਕਿਹਾ ਵੀ ਮਾਈਕ ਮੇਰੇ ਦੰਦਾਂ ਨੂੰ ਨਾ ਮਾਰਿਓ। ਇਹ ਸ਼ੋਭਾ ਦਿੰਦੀਆਂ ਏਡੇ ਏਡੇ ਵੱਡੇ ਕੌਮ ਦੇ ਆਗੂ ਨੂੰ ਇਹ ਗੱਲਾਂ। ਕੱਲ ਤੁਹਾਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਪੁਲਿਸ ਵਾਲੇ ਵੀ ਜ਼ਖਮੀ ਹੋਏ ਨੇ, ਕੀ ਉਹਨਾਂ ਦਾ ਪਤਾ ਲੈਣ ਜਾਓਗੇ? ਤੇ ਹੰਕਾਰ ਆਪਣੇ ਸਿਰ ਤੇ ਚੜ ਕੇ ਬੋਲਦਾ ਸੀਗਾ, ਹਾਂ ਮੈਂ ਜਾਊਂਗਾ, ਟਾਈਮ ਲੱਗੂਗਾ ਮੈਨੂੰ ਪਤਾ ਕਰਨ, ਕਿਤੇ ਉਹ ਭੱਜ ਹੀ ਨਾ ਜਾਣ ਵੀ ਇੱਧਰ ਨੂੰ ਫੇਰ ਆ ਗਿਆ ਵਾ। ਆਹ ਹੰਕਾਰ ਹੈ ਯਾਰ ਤੁਹਾਡੇ ਅੱਗੇ, ਆਹ ਹੰਕਾਰ ਹੈ ਤੁਹਾਡੇ ਮਨ ਦੇ ਵਿੱਚ। ਮੈਂ ਤੁਹਾਨੂੰ ਕਹਿੰਦਾ ਉਹ ਤੁਹਾਡੇ ਅੱਗੇ ਨਹੀਂ ਭੱਜੇ, ਉਹ ਗੁਰੂ ਮਹਾਰਾਜ ਦੇ ਅੱਗੇ ਭੱਜੇ ਆ, ਗੁਰੂ ਮਹਾਰਾਜ ਦੇ ਡਰ ਤੋਂ ਭੱਜੇ ਆ, ਗੁਰੂ ਮਹਾਰਾਜ ਦੇ ਭੈ ਤੋਂ ਭੱਜੇ ਆ, ਗੁਰੂ ਮਹਾਰਾਜ ਦੀ ਸ਼ਰਧਾ ਤੋਂ ਭੱਜੇ ਆ। ਫਿਰ ਤੁਸੀਂ ਕੀ ਕਹਿੰਦੇ ਹੋ ਬਾਰ-ਬਾਰ, ਰੋਜ਼ ਹੀ ਤੁਹਾਨੂੰ ਸੁਣੀਦਾ ਕਿ ਅਸੀਂ ਗੁਲਾਮ ਆ। ਇਹ ਕਿਹੜੀ ਗੁਲਾਮੀ ਹੈ ਯਾਰ? ਇੱਕ ਐਸਪੀ ਦਾ ਸਿਰ ਪਾੜ ਦਿਓ, ਪੁਲਿਸ ਵਾਲਿਆਂ ਦੀਆਂ ਪੱਗਾਂ ਲਾਹ ਦਿੱਤੀਆਂ, ਉਹਨਾਂ ਨੂੰ ਕਿਰਪਾਨਾਂ ਲੈ ਕੇ ਪੈ ਗਏ, ਥਾਣੇ ਦੇ ਉੱਤੇ ਕਬਜ਼ਾ ਕਰ ਲਿਆ। ਐਸਐਸਪੀ ਨਾਲ ਤੁਸੀਂ ਮੀਟਿੰਗ ਕਰ ਰਹੇ ਹੋ ਤੇ ਉਹਦੇ ਸਿਰ ਦੇ ਉੱਤੇ ਹਥਿਆਰਾਂ ਦੀ ਛਾਂ ਕਰਕੇ ਬੈਠੇ ਹੋ। ਇਹ ਕਿਹੋ ਜੀ ਗੁਲਾਮੀ ਹੈ ਯਾਰ? ਮੈਨੂੰ ਤੇ ਸਮਝ ਨਹੀਂ ਆਈ ਵੀ ਹੋਰ ਵੀ ਕਿਸੇ ਮੁਲਕ ਦੇ ਵਿੱਚ ਇਸ ਤਰ੍ਹਾਂ ਹੁੰਦਾ ਵਾ। ਤੇ ਮੈਨੂੰ ਹੈਰਾਨੀ ਪੁਲਿਸ ਤੇ ਵੀ ਆਉਂਦੀ ਹੈ ਤੇ ਨਮੋਸ਼ੀ ਵੀ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਆਮ ਬੰਦੇ ਦੀ ਜਾਂ ਗਰੀਬ ਦੀ ਫੇਸਬੁੱਕ ਦੇ ਉੱਤੇ ਕਿਤੇ ਨਕਲੀ ਹਥਿਆਰ ਨਾਲ ਵੀ ਫੋਟੋ ਆ ਜਾਂਦੀ ਸੀ ਤੇ ਉਹਦੇ ਉੱਤੇ ਝੱਟ ਜਿਹੜਾ ਉਹ ਪਰਚਾ ਦਰਜ ਕੀਤਾ ਜਾਂਦਾ ਸੀਗਾ। ਇੱਥੇ ਐਸਐਸਪੀ ਦੇ ਸਿਰ ਦੇ ਉੱਤੇ ਬੰਦੂਕਾਂ ਲਹਿਰਾਈਆਂ ਜਾ ਰਹੀਆਂ, ਐਸਐਸਪੀ ਦੇ ਸਿਰ ਦੇ ਉੱਤੇ ਬੰਦੂਕਾਂ ਦੀ ਛਾਂ ਕੀਤੀ ਆ ਤੇ ਕੋਈ ਪਰਚਾ ਹੀ ਨਹੀਂ ਦਿੱਤਾ, ਤੇ ਸਗੋਂ ਪਹਿਲੇ ਪਰਚੇ ਵੀ ਰੱਦ ਕਰਨ ਦੀਆਂ ਉੱਥੇ ਪ੍ਰੈਸ ਦੇ ਵਿੱਚ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਵਾ। ਇਹ ਧਮਕੀਆਂ ਉੱਤੋਂ ਧਮਕੀਆਂ ਲਾਈਆਂ ਜਾ ਰਹੀਆਂ ਕਿ ਜਿਨ੍ਹਾਂ ਨੇ ਸੱਟਾਂ ਲਾਈਆਂ ਜਾਂ ਜਿਨ੍ਹਾਂ ਨੂੰ ਲੱਗੀਆਂ, ਜੇ ਸਾਡੇ ਉੱਤੇ ਦੁਬਾਰਾ ਪਰਚਾ ਦਰਜ ਕਰਕੇ ਵਿਖਾਇਓ, ਅਸੀਂ ਦੁਬਾਰਾ ਇਹੋ ਜਿਹਾ ਕੰਮ ਕਰਾਂਗੇ। ਇਹ ਕਿਹੋ ਜੀ ਗੁਲਾਮੀ ਆ ਅੰਮ੍ਰਿਤਪਾਲ ਸਿੰਘ? ਇਹਨੂੰ ਗੁਲਾਮੀ ਕਹਿੰਦੇ ਆ ਯਾਰ। ਸੋ ਮੇਰੀ ਤੈਨੂੰ ਬੇਨਤੀ ਹੈ ਕਿ ਪ੍ਰਮਾਤਮਾ ਤੈਨੂੰ ਅਕਲ ਵੀ ਦੇਵੇ, ਤੂੰ ਵੀ ਥੋੜਾ ਜਿਹਾ ਅਕਲ ਤੋਂ ਕੰਮ ਲੈ। ਔਰ ਪੰਜਾਬ ਦੇ ਹੋਰ ਮੁੱਦਿਆਂ ਲਈ ਬੜੇ ਧਰਨੇ ਲਾਉਣ ਦੀ ਲੋੜ ਹੈ। ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ, ਇਹਦਾ ਲੱਕ ਟੁੱਟਾ ਪਿਆ ਵਾ। ਪੰਜਾਬ 'ਚ ਬਹੁਤ ਸਾਰੇ ਮੁੱਦੇ ਇਹੋ ਜਿਹੇ ਨੇ, ਹੋਰ ਬਹੁਤ ਸਾਰੇ ਲੋਕਾਂ ਦੇ ਉੱਤੇ ਜਾਲੀ ਪਰਚੇ ਦਿੱਤੇ ਜਾਂਦੇ ਨੇ ਅਮੀਰਾਂ ਵੱਲੋਂ, ਸਰਕਾਰਾਂ ਵੱਲੋਂ। ਆਪਾਂ ਉਹਨਾਂ ਦੀ ਲੜਾਈ ਜਿਹੜੀ ਲੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀਗੀ। ਸੋ ਆਪਣੇ ਆਪ ਕੋਈ ਹੌਸਲੇ ਤੋਂ ਕੰਮ ਲਓ। ਜੇ ਲੋਕਾਂ ਨੇ ਤੁਹਾਨੂੰ ਸ਼ੋਭਾ ਦਿੱਤੀ, ਏਡੀ ਛੋਟੀ ਉਮਰ ਦੇ ਵਿੱਚ ਤੁਹਾਨੂੰ ਆਗੂ ਮੰਨਿਆ, ਤੇ ਫਿਰ ਕੌਮ ਦੇ ਤੇ ਪੰਜਾਬ ਦੇ ਭਲੇ ਲਈ ਆਪਾਂ ਕੰਮ ਕਰੀਏ। ਜੇ ਦੂਜੀ ਚੀਜ਼ ਮੈਂ ਸਰਕਾਰ ਨੂੰ ਤੇ ਪੁਲਿਸ ਨੂੰ ਵੀ ਇਹ ਸਲਾਹ ਦੇਣਾ ਚਾਹੁੰਦਾ ਕਿ ਇਸ ਘਟਨਾਕ੍ਰਮ ਦੇ ਵਿੱਚ ਪੁਲਿਸ ਨੇ ਜੋ ਭੂਮਿਕਾ ਨਿਭਾਈ ਆ ਉਹ ਬਹੁਤ ਵਧੀਆ ਸੀਗੀ। ਡੀਜੀ ਨੇ ਵਧੀਆ ਜਿਹੜਾ ਗਾਈਡ ਕੀਤਾ ਆਪਣੀ ਫੋਰਸ ਨੂੰ, ਪਰ ਇਹਦੇ ਨਾਲ ਜੋ ਸੂਬੇ ਦਾ ਨੁਕਸਾਨ ਹੋਇਆ, ਅਮਨ ਸ਼ਾਂਤੀ ਦਾ, ਇਨਵੈਸਟਮੈਂਟ ਦਾ, ਉਹਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਵੀ ਡੀਜੀ ਦੀ ਤੇ ਪੰਜਾਬ ਸਰਕਾਰ ਦੀ ਬਣਦੀ, ਉਹਦਾ ਫਰਜ਼ ਬਣਦਾ। ਨਹੀਂ ਤੇ ਕੱਲ ਨੂੰ ਇੱਥੇ ਕਿਸੇ ਨੇ ਕੋਈ ਇਨਵੈਸਟ ਨਹੀਂ ਕਰਨਾ। ਇਹ ਨਾ ਹੋਵੇ ਕਿ ਕੱਲ ਤੋਂ ਜੇ ਕਿਸੇ ਨੇ ਕੋਈ ਪਰਚਾ ਦਰਜ ਕਰਾਉਣਾ, ਪੰਜਾਬ ਦੇ ਹਾਲਾਤ ਇਹੋ ਜਿਹੇ ਬਣ ਜਾਣਗੇ, ਜੇ ਕਿਸੇ ਤੇ ਪਰਚਾ ਜਾਲੀ ਦਰਜ ਹੋ ਗਿਆ ਤੇ ਉਹ ਆਪਣੀਆਂ ਇਨਕੁਆਇਰੀਆਂ ਲਾਉਣ ਲਈ ਅੰਮ੍ਰਿਤਪਾਲ ਕੋ ਜਾਇਆ ਕਰਨਗੇ। ਉਹ ਅਫਸਰਾਂ ਨੂੰ ਫੋਨ ਕਰਿਆ ਕਰੂਗਾ ਵੀ ਇਹਨੂੰ ਕੱਢ ਦਿਓ ਤੇ ਇਹਨੂੰ ਪਾ ਦਿਓ। ਤੇ ਜੇ ਕਿਸੇ ਨੇ ਪੰਜਾਬ ਦੇ ਵਿੱਚ ਕੋਈ ਯੂਨਿਟ ਵੀ ਲਾਉਣਾ, ਕੋਈ ਇਨਵੈਸਟ ਵੀ ਕਰਨਾ, ਤੇ ਉਹ ਤੁਹਾਡੇ ਨਾਲੋਂ ਪਹਿਲਾਂ ਉਹਨੂੰ ਅੰਮ੍ਰਿਤਪਾਲ ਕੋਲੋਂ ਐਨਓਸੀ ਜਿਹੜੀ ਲੈਣੀ ਪਿਆ ਕਰੂਗੀ। ਇਹੋ ਜਿਹਾ ਮਾਹੌਲ ਸੂਬੇ ਦੇ ਵਿੱਚ ਨਾ ਕ੍ਰੀਏਟ ਕੀਤਾ ਜਾਵੇ। ਜੋ ਘਾਟਾ ਸੂਬੇ ਨੂੰ ਪਿਆ, ਜੋ ਡਰ ਵਪਾਰੀਆਂ ਦੇ ਮਨ ਤੇ ਜਾਂ ਆਮ ਲੋਕਾਂ ਦੇ ਮਨ ਤੇ ਉੱਤੇ ਫੈਲਿਆ ਜਾਂ ਛਾਇਆ, ਉਹਨੂੰ ਦੂਰ ਕਰਨਾ ਵੀ ਸਰਕਾਰ ਦਾ ਫਰਜ਼ ਹੈ। ਇਹਦੇ ਨਾਲ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਡੀਜੀ ਦੇ ਉੱਤੇ ਸਵਾਲ ਚੁੱਕੇ ਨੇ, ਜਿਹੜਾ ਗੌਰਵ ਯਾਦਵ ਦੇ ਉੱਤੇ, ਕਿ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਜੇ ਡੀਜੀ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਬਿਕਰਮ ਮਜੀਠੀਆ ਕਹਿ ਰਹੇ ਸੀ। ਮੈਂ ਮਜੀਠੀਆ ਸਾਹਿਬ ਤੁਹਾਨੂੰ ਵੀ ਇੱਕ ਬੇਨਤੀ ਕਰਦਾ ਕਿ ਪਿਛਲੇ ਦਿਨਾਂ ਤੋਂ ਮੈਂ ਤੁਹਾਨੂੰ ਵੀ ਸੁਣ ਰਿਹਾ, ਵਧੀਆ ਬੋਲ ਰਹੇ ਹੋ ਪੰਜਾਬ ਦੇ ਮੁੱਦਿਆਂ ਤੇ, ਪਰ ਕਿਤੇ ਨਾ ਕਿਤੇ ਸਿਆਸਤ ਇਹੋ ਜਿਹੇ ਸੈਂਸਿਟਿਵ ਮੁੱਦਿਆਂ ਦੇ ਉੱਤੇ ਛੱਡ ਦੇਣੀ ਚਾਹੀਦੀ ਆ। ਤੁਸੀਂ ਕਹਿ ਰਹੇ ਹੋ ਕਿ ਜੇ ਡੀਜੀ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਸਾਨੂੰ 2 ਮਿੰਟ ਦੇ ਦੇਵੇ, ਅਸੀਂ ਬੰਦੇ ਦਾ ਪੁੱਤ ਬਣਾ ਦਿਆਂਗੇ ਜਿਹਨੇ ਦੇਸ਼ ਦਾ ਮਾਹੌਲ ਖਰਾਬ ਕਰਨਾ ਜਾਂ ਜਿਹੜਾ ਦੇਸ਼ ਦਾ ਮਾਹੌਲ ਖਰਾਬ ਕਰੂਗਾ। ਤੇ ਜੇ ਇੰਨਾ ਹੀ ਦਰਦ ਹੈ ਮਜੀਠੀਆ ਸਾਹਿਬ ਤੁਹਾਡੇ ਅੰਦਰ, ਤੇ ਫਿਰ ਡੀਜੀਪੀ ਤੋਂ ਆਰਡਰ ਲੈਣ ਦੀ ਕੀ ਲੋੜ ਹੈ? ਫਿਰ ਜੇ ਹੈਗਾ ਦਮ ਤੇ ਬੰਦੇ ਦਾ ਪੁੱਤ ਬਣਾ ਦਿਓ। 100 ਗਨਮੈਨ ਲੈ ਕੇ ਤੁਸੀਂ ਹੋਟਲਾਂ 'ਚ ਪ੍ਰੈਸ ਕਾਨਫਰੰਸ ਕਰਦੇ ਹੋ ਔਰ ਉੱਥੇ ਕਹਿੰਦੇ ਹੋ ਕਿ ਪਹਿਲੀ ਗੋਲੀ ਮੈਂ ਖਾਊਂਗਾ ਜੇ ਚੱਲੂਗੀ, ਤੇ ਫਿਰ ਆਪਾਂ ਤੁਰੇ ਕਿਉਂ ਨਹੀਂ ਅਜਨਾਲੇ ਵੱਲ ਨੂੰ? ਤੁਸੀਂ ਕੀ ਚਾਹੁੰਦੇ ਸੀਗੇ ਕਿ ਡੀਜੀ
ਇਹੋ ਜਿਹਾ ਮਾਹੌਲ ਕ੍ਰੀਏਟ ਕਰਦਾ। ਤੁਹਾਡੇ ਵੇਲੇ ਜਿਸ ਤਰ੍ਹਾਂ ਫਾਇਰਿੰਗ ਕੀਤੀ ਸੀਗੀ, ਪਹਿਲਾਂ ਬੇਅਦਬੀ 84 ਚ ਹੋਈ, ਫਿਰ ਤੁਹਾਡੇ 2015 ਚ ਹੋਈ ਤੇ ਤੀਜੀ ਹੁਣ ਹੋ ਜਾਂਦੀ, ਤੇ 15 ਸਾਲ ਆਪਾਂ ਇਸੇ ਦੇ ਉੱਤੇ ਰਾਜਨੀਤੀ ਕਰਦੇ ਵੀ ਸਾਡੇ ਵੇਲੇ ਹੋਈ ਸੀ ਤੇ ਇਹਨਾਂ ਵੇਲੇ ਵੀ, ਤੇ ਉਹਦੇ ਬਦਲੇ ਲੋਕ ਤੁਹਾਨੂੰ ਸੱਤਾ 'ਚ ਲਿਆਉਂਦੇ। ਸੋ ਰਾਜਨੀਤੀ ਇਹਨਾਂ ਮੁੱਦਿਆਂ ਦੇ ਉੱਤੇ ਨਹੀਂ ਕਰਨੀ ਚਾਹੀਦੀ। ਚੰਗੇ ਮੁੱਦਿਆਂ ਤੇ ਬੋਲੋ, ਲੋਕ ਤੁਹਾਡੇ ਨਾਲ ਜੁੜਨਾ ਵੀ ਸ਼ੁਰੂ ਹੋ ਜਾਣਗੇ। ਮੈਂ ਤੁਹਾਨੂੰ ਫਿਰ ਕਹਿਣਾ ਕਿ ਤੁਹਾਡੇ ਇਕੱਲਿਆਂ ਦੀ ਗੱਲ ਨਹੀਂ ਹੈ, ਕਈ ਸ਼ਿਵ ਸੈਨਾ ਵਾਲੇ ਰੋਜ਼ ਡੀਂਗਾ ਮਾਰਦੇ ਨੇ ਕਿ ਦੇਸ਼ ਪ੍ਰੇਮ, ਦੇਸ਼ ਲਈ ਮਰ ਜਾਾਂਗੇ, ਦੇਸ਼ ਲਈ ਜੀ ਪਾਂਗੇ। 40 ਗਨਮੈਨ ਸਰਕਾਰ ਨੇ ਤੁਹਾਨੂੰ ਦਿੱਤੇ ਨੇ, ਕਰੋੜਾਂ ਰੁਪਈਆਂ ਦਾ ਖਰਚਾ ਹੁੰਦਾ, ਫਿਰ ਉਧਰ ਨੂੰ ਤੁਰੇ ਕਿਉਂ ਨਹੀਂ, ਫਿਰ ਹਾਂ ਦਾ ਨਾਰਾ ਕਿਉਂ ਨਹੀਂ ਮਾਰਿਆ ਪੰਜਾਬ ਲਈ। ਸੋ ਇਹੋ ਜਿਹੇ ਮੁੱਦਿਆਂ ਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਹ ਸੈਂਸਿਟਿਵ ਮੁੱਦੇ ਨੇ ਔਰ ਮੈਂ ਰਹਿ ਨਹੀਂ ਸਕਿਆ ਬਿਮਾਰ ਹੋਣ ਦੇ ਬਾਵਜੂਦ ਵੀ ਮੈਂ ਇਹਦੇ ਤੇ ਬੋਲਣਾ ਜ਼ਰੂਰ ਚਾਹੁੰਦਾ ਸੀਗਾ। ਸੋ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਇਹੋ ਜਿਹੇ ਨਾਜ਼ੁਕ ਮੁੱਦਿਆਂ ਦੇ ਉੱਤੇ ਇੱਕ ਦੂਜੇ ਦਾ ਸਾਥ ਜ਼ਰੂਰ ਦੇਣਾ ਚਾਹੀਦਾ। ਅਖੀਰ 'ਚ ਮੈਂ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਆਪਣੀ ਗੱਲ ਦੀ ਕਿ ਸਾਰਿਆਂ ਨੂੰ ਰੱਬ ਸਮੱਤ ਬਖਸ਼ੇ ਔਰ ਪੰਜਾਬ ਦੇ ਵਿੱਚ ਸ਼ਾਂਤੀ ਜਿਹੜੀ ਉਹ ਬਣੀ ਰਵੇ, ਕਿ ਮੂੰਹ ਆਈ ਬਾਤ ਨਾ ਰਹਿੰਦੀ ਹੈ, ਝੂਠ ਆਖਾਂ ਕੁਝ ਬਚਦਾ ਹੈ, ਸੱਚ ਆਖਾਂ ਭਾਂਬੜ ਮੱਚਦਾ ਹੈ, ਦੋਹਾਂ ਗੱਲਾਂ ਤੋਂ ਜੀ ਜੱਚਦਾ ਹੈ, ਜੱਚ ਜੀਭਾ ਕਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਹੈ।